Hello students, welcome to my YouTube channel. This is your educator Harinder Kumar. Today I'm here with another video on the topic Kingdom Fungi from the chapter Biological Classification. So before going to start the topic, I request guys please like, share and subscribe my YouTube channel ਤਾਂ ਜੋ ਜਦੋਂ ਵੀ ਮੇਰੀ ਕੋਈ ਨਵੀਂ ਵੀਡੀਓ ਆਵੇ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜੋ ਹੈ ਮਿਲ ਸਕੇ। ਸੋ ਇਸ ਚੈਪਟਰ ਦੇ ਵਿੱਚ ਅਸੀਂ ਕਰਾਂਗੇ ਕਿੰਗਡਮ ਫੰਜਾਈ ਦੇ ਕੁਝ ਜਨਰਲ ਕਰੈਕਟਰਿਸਟਿਕਸ, ਉਹਨਾਂ ਦੀ ਕਲਾਸੀਫਿਕੇਸ਼ਨ ਐਂਡ ਉਹਨਾਂ ਦੇ ਕਿਹੜੇ ਕਿਹੜੇ ਇੰਪੋਰਟੈਂਟ ਕੈਰੈਕਟਰਸ ਨੇ। ਓਕੇ, ਸੋ ਲੈਟਸ ਸਟਾਰਟ ਦ ਚੈਪਟਰ ਕਿੰਗਡਮ ਫੰਜਾਈ। ਓਕੇ, ਸੋ ਜਨਰਲ ਫੀਚਰਸ ਆਫ ਕਿੰਗਡਮ ਫੰਜਾਈ, ਕੁਝ ਜਨਰਲ ਫੀਚਰਸ ਨੇ। The kingdom is a unique of heterotrophic organism। heterotrophic organism ਦਾ ਮਤਲਬ ਹੈ ਜੋ ਆਪਣੇ ਫੂਡ ਲਈ ਦੂਸਰੇ ਆਰਗੇਨਿਜ਼ਮ ਤੇ ਡਿਪੈਂਡ ਰਹਿੰਦੇ ਨੇ। They show great diversity in morphology and habitats। On your breads, grey roots develops is a fungi। ਠੀਕ ਹੈ, ਬੇਸਿਕਲੀ ਬਹੁਤ ਸਟੂਡੈਂਟਸ ਕਨਫਿਊਜ਼ ਹੁੰਦੇ ਨੇ ਫੰਜਾਈ ਤੇ ਐਲਗੀ ਦੇ ਵਿੱਚ। ਐਲਗੀ ਜੋ ਹੈ ਬੇਸਿਕਲੀ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਾਈ ਜਾਂ ਫਿਰ ਹਰੇ ਵਾਈ ਵੀ ਕਹਿ ਦਿੰਦੇ ਹਾਂ, ਜੋ ਯੂਜਲੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਗਰੋ ਕਰਦੀ ਹੈ। ਜਦੋਂ ਕਿ ਫੰਜਾਈ ਜੋ ਹੈ ਉਹਨੂੰ ਅਸੀਂ ਸਾਡੀ ਦੇਸੀ ਲੈਂਗੁਏਜ ਦੇ ਵਿੱਚ ਉੱਲੀ ਕਹਿ ਦਿੰਦੇ ਹਾਂ, ਜੋ ਅਸੀਂ ਦੇਖਦੇ ਹਾਂ ਸਾਡੇ ਫਰੂਟਸ ਵੈਜੀਟੇਬਲ ਜੋ ਗਲ ਸੜ ਜਾਂਦੇ ਨੇ ਉਹਨਾਂ 'ਤੇ ਲੱਗਦੀ ਹੈ। ਜਾਂ ਜਿਹੜੇ ਬ੍ਰੈਡ ਨੂੰ ਤੁਸੀਂ ਲੈ ਕੇ ਉਹਨੂੰ ਮੋਇਸਟ ਕੰਡੀਸ਼ਨ ਦੇ ਵਿੱਚ ਕੋਈ 1-2 ਦਿਨ ਵੀ ਰੱਖ ਦਿਓ ਤਾਂ ਤੁਸੀਂ ਦੇਖੋਗੇ ਉੱਥੇ ਕੁਝ ਗ੍ਰੇ ਕਲਰਸ ਦੀਆਂ ਰੂਟਸ ਬਣ ਜਾਂਦੀਆਂ ਨੇ, ਉਹ ਵੀ ਇੱਕ ਫੰਜਾਈ ਹੈ। ਵਾਈਟ ਸਪੌਟਸ ਸੀਨ ਔਨ ਲੀਵਸ ਆਰ ਆਲਸੋ ਫੰਜਾਈ। ਤੁਸੀਂ ਕਦੇ ਪਲਾਂਟਸ ਦੇ ਲੀਵਸ ਦੇ ਉੱਤੇ ਵਾਈਟ ਜੇ ਸਪੌਟ ਦੇਖੇ ਹੋਣਗੇ, ਯੂਜਲੀ ਸਾਗ ਦੇ ਜਿਹੜੇ ਪੱਤੇ ਨੇ ਉਹਨਾਂ ਦੇ ਉੱਤੇ ਜੇ ਤੁਸੀਂ ਦੇਖੋ ਵਾਈਟ ਕਲਰ ਦੇ ਸਪੌਟ ਨੇ, ਦਿਸ ਇਜ਼ ਆਲਸੋ ਅ ਡਿਸੀਜ਼ ਕਾਜ਼ਡ ਬਾਏ ਫੰਜਾਈ। ਸਮ ਯੂਨੀਸੈਲੂਲਰ ਫੰਜਾਈ, ਵੈਸੇ ਤਾਂ ਫੰਜਾਈ ਮਲਟੀ ਸੈਲੂਲਰ ਹੈ ਬਟ ਇੱਕ ਯੂਨੀਸੈਲੂਲਰ ਫੰਜਾਈ ਹੈ ਜਿਹੜਾ ਯੀਸਟ ਹੈ, ਇਟ ਇਜ਼ ਯੂਜ਼ ਟੂ ਮੇਕ ਬ੍ਰੈਡਸ ਐਂਡ ਬੀਅਰ। ਠੀਕ ਹੈ, ਬਰੂਇੰਗ ਇੰਡਸਟਰੀ ਦੇ ਵਿੱਚ ਯੂਜ਼ ਹੁੰਦੀ ਹੈ। ਅਦਰ ਫੰਜਾਈ ਵਿਚ ਕਾਜ਼ ਡਿਸੀਜ਼ਡ ਟੂ ਪਲਾਂਟਸ ਐਂਡ ਐਨੀਮਲਸ, ਫॉर एग्जांपल ਪੁਕਸੀਨੀਆ। ਬਹੁਤ ਸਾਰੀ ਫੰਜਾਈਜ਼ ਇਹੋ ਜਿਹੀਆਂ ਨੇ ਜਿਹੜੀਆਂ ਕਿ ਪਲਾਂਟਸ ਨੂੰ ਡਿਸੀਜ਼ ਕਾਜ਼ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਐਗਜ਼ਾਮਪਲ ਲਈ ਹੈ ਪੁਕਸੀਨੀਆ। ਸਮ ਸੋਰਸਸ ਆਫ ਐਂਟੀਬਾਇਓਟਿਕਸ, ਇੱਕ ਬਹੁਤ ਇੰਪੋਰਟੈਂਟ ਨੋਟ ਕਰਨ ਵਾਲੀ ਚੀਜ਼ ਹੈ ਬੇਟਾ। ਫਸਟ ਜੋ ਐਂਟੀਬਾਇਓਟਿਕ ਡਿਸਕਵਰ ਹੋਈ ਸੀ ਉਹ ਹੋਈ ਸੀ ਇੱਕ ਫੰਜਾਈ ਚੋਂ ਜਿਹਦਾ ਨਾਮ ਹੈ ਪੈਨੀਸੀਲੀਅਮ, ਐਂਡ ਐਂਟੀਬਾਇਓਟਿਕ ਦਾ ਨਾਮ ਹੈ ਪੈਨੀਸੀਲੀਅਮ। ਸਟਰਕਚਰ ਕਿਸ ਤਰ੍ਹਾਂ ਦੀ ਹੈ? ਫੰਜਾਈ ਆਰ ਮਲਟੀ ਸੈਲੂਲਰ ਫਿਲਾਮੈਂਟਸ। Their body consists of long slender thread-like structure called hypha. The network of hypha is called mycelium. The cell wall is made up of chitin and polysaccharide. Body can be septate and aseptate. So मैं एक डायग्राम बना के थोड़ा ये चीज़ां समझा रहा हूँ बेटा, ध्यान दो। So coming to the fungal structure and nature of growth, except for yeast, the body of a fungus is made up of a number of elongated tubular फिलामेंटस स्ट्रक्चर विच इज़ कॉल्ड हाइफा। ठीक है, सो जो मोस्टली जो फंजाई है वो एक इलोंगेटेड ट्यूबुलर फिलामेंटस की स्ट्रक्चर होंगी है जिन्हों असी हाइफा कह देंगे, HYPHAE, हाइफा और हाइफी। द बॉडी ऑफ अ फंगस हैविंग फिलामेंटस ब्रांचेस और हाइफा इज़ नोन एज माइसेलियम। ठीक है, सो इसे दे नाल बहुत सारे हाइफास जदों ਇਕੱਠੇ ਹੋ ਜਾਂਦੇ ਨੇ, ਠੀਕ ਹੈ, ਤੁਸੀਂ ਦੇਖ ਸਕਦੇ ਹੋ ਹੁਣ ਡਾਇਗਰਾਮ ਦੇ ਵਿੱਚ ਬਹੁਤ ਸਾਰੇ ਜੋ ਹਾਈਫਾ ਨੇ ਇਹ ਬ੍ਰਾਂਚ ਲਾਈਕ ਇੱਕ ਸਟਰਕਚਰ ਬਣਾਉਂਦੇ ਨੇ। ਠੀਕ ਹੈ, ਬ੍ਰਾਂਚਿੰਗ ਬਣਦੀ ਹੈ, ਫਿਲਾਮੈਂਟਸ ਬ੍ਰਾਂਚਿੰਗ ਬਣਦੀ ਹੈ, ਕੁਛ ਇਸ ਤਰ੍ਹਾਂ ਹੈ। ਮੈਂ ਥੋੜੀ ਇਰੈਗੂਲਰ ਟਾਈਪ ਬਣਾਈ ਹੈ। ਸੋ ਦਿਸ ਬ੍ਰਾਂਚਿੰਗ ਇਜ਼ ਕਾਲਡ ਮਾਈਸੀਲੀਅਮ। ਅ ਮਾਈਸੀਲੀਅਮ ਡਿਵੈਲਪਸ ਫਰੋਮ ਅ ਸਿੰਗਲ ਸਪੋਰ। ਠੀਕ ਹੈ, ਸੋ ਇਹ ਮਾਈਸੀਲੀਅਮ ਹੈ, MYCELIUM, ਮਾਈਸੀਲੀਅਮ। So the mycelium develops from a single spore through branching and apical growth of the first hypha or the germ tube. So ये जो mycelium है एक single spore तो बनती है। ठीक है, एक single spore germinate करके mycelium बनाते हैं। The hypha can be aseptate और non-septate भी कहते हैं, या फिर septate. So it can be aseptate or septate. So in case of aseptate, hypha cross walls or septa are not laid down at the time of nuclear division. So ये डायग्राम ਦੇ ਵਿੱਚ देखो बेटा, this is a hypha। ठीक है, एक हाइफा है। सो इस हाइफा ਦੇ ਵਿੱਚ कुछ
न्यूक्लियस पए ने, ठीक है। So in this hypha it contains some nucleus. So with this hypha there are some cross walls or septa are present, ठीक है। ये कुछ क्रॉस वॉल्स ने या कह लो सैप्टा जो ने वो प्रेजेंट ने, ते हर एक सैप्टा दे विच एक न्यूक्लियस है। सो इट मीनस दिस इज अ सैप्टेट जिहदे विच सैप्टा प्रेजेंट ने, अ सैप्टेट फंजाई। ओके, सो ते जे सैप्टास एबसेंट ने, ठीक है, किसी भी तरह का कोई क्रॉस वॉल प्रेजेंट नहीं है, सो दिस इज कॉल्ड एसेप्टेट फंजाई। मोड ऑफ न्यूट्रिशन, मोस्ट फंजाई इज हेट्रोट्रॉफिक। सो हेट्रोट्रॉफिक है बट और भी अगे फर्दर डिवाइड है। सैप्रोफाइट्स भी हो सकते हैं दैट फीड ऑन द डेड ऑर्गेनिज्म, दे कैन बी पैरासिटिक इफ दे डिपेंड ऑन लिविंग प्लांट्स एंड एनिमल्स, दे कैन बी सिम्बायोसिस इफ दे आर एसोसिएटेड विद एल्गा एंड द दिस एसोसिएशन इज नोन एज लाइकन्स। एंड माइकोराइजा की है बेटा, द एसोसिएशन ऑफ फंजाई विद रूट्स ऑफ हायर प्लांट। देखो माइको का मतलब होंदा है फंजाई एंड राइजा का मतलब है रूट्स। सो जो फंजाई किसी प्लांट की रूट्स के नाल जाके लगती है, सो उस टाइम पर जो स्ट्रक्चर है असं उन्होंने माइकोराइजा कह देना। यू कैन सी इन द इमेज। सो एक प्लांट है वो जी रूट्स ने, ठीक है, कुछ तो थोड़ा ब्रांचेस दिख रही हैं, सैकेंडरी रूट्स प्राइमरी रूट्स दिख रही हैं, उन्होंने फंजाई की एसोसीएशन है, दिस इज कॉल्ड माइकोराइजा। नाउ कमिंग टू द रिप्रोडक्शन in fungi, the reproduction can be of 3 types. It can be sexual, asexual and vegetative. Sexual reproduction जो है it occurs by 5 methods: planogametic copulation, gametangial contact, gametangial copulation, spermatogamy and somatogamy. So सारे ਦੇ ਵਿੱਚ जो इवेंट्स ने वो डिफरेंट टाइप के इवेंट्स ने, मैं ਤੁਹਾਨੂੰ डायग्रामेटिकली भी दसूँगा, एक बार ਅਸੀਂ ਇਹਨੂੰ पढ़ लीए। Planogametic copulation may be isogamous, anisogamous and oogamous. Gametangial contact ਦੇ ਵਿੱਚ ਕੀ ਹੈ, the male sex organ antheridia। इंपॉर्टेंट है, याद रखना है तुसी कि फंजाई ਦੇ ਵਿੱਚ जो मेल सेक्स ऑर्गन है दिस इज नोन एज एंथरीडिया एंड द फीमेल इज कॉल्ड oogonia। गैमिटेंजियल कपलेशन ਦੇ ਵਿੱਚ ਕੀ है बेटा, 2 टाइप्स ऑफ गैमिटेंजिया फ्यूज टू फॉर्म जाइगोट, ठीक है। स्पर्मेटोगैमी इंपॉर्टेंट है, small male gamete is carried to receptive region or the trichogyne of the oogonia। फीमेल पार्ट का जो ट्राइकोगाइन है ਉਹਦੇ ਵਿੱਚ जो small male gamete है वो कैरी किया जाता है। सोमैटोगैमी ਦੇ ਵਿੱਚ ਸਿੰਪਲ ਜਿਹੜੇ ਦੋ ਤਰ੍ਹਾਂ ਦੇ ਹਾਈਫਾ ਨੇ, ਇਹ ਪ੍ਰਾਇਮਰੀ ਜਾਂ ਸੈਕੰਡਰੀ ਹਾਈਫਾ ਵੀ ਹੋ ਸਕਦੇ ਨੇ। ਇਹ ਸਟ੍ਰੇਨ ਆਪਾਂ ਕਹਿ ਦਿੰਦੇ ਆ, ਇੱਕ ਪਲੱਸ ਸਟ੍ਰੇਨ ਹੈ ਇੱਕ ਮਾਈਨਸ ਸਟ੍ਰੇਨ ਹੈ, ਦੋਨਾਂ ਦੇ ਵਿੱਚ ਫਿਊਜ਼ਨ ਹੁੰਦੀ ਹੈ, ਉਹਨੂੰ ਅਸੀਂ ਕਹਿੰਦੇ ਆ सोमैटोगैमी। सो ਅਸੀਂ डायग्रामेटिकली देखते हैं। सो सब तो पहला है आइसोगेमी, ठीक है। 3 तरह की आप पढ़ी है, आइसोगेमी, एनाइसोगेमी ते ooगेमी, ठीक है। सो आइसोगेमी दे विच बेटा जिहड़े दो साडे कोल गैमीट्स ने, ठीक है, मतलब मेल ते फीमेल जिहड़े साडे कोल गैमीट्स ने, दे आर ऑफ सेम साइज, बिकॉज आइसो वर्ड का मतलब सेम है, ठीक है। सो दोनों ही गैमीट सेम साइज़ के होंगे, मॉर्फोलॉजिकली भी तो फिजियोलॉजिकली भी। उस तो बाद एनाइसोगेमस के विच साइज़ जो है या कह लो मॉर्फोलॉजी जो है वो ऑलमोस्ट सेम होगी, बट फिजियोलॉजिकली दे आर डिफरेंट। इन केस ऑफ ooगेमी, देखो ooगेमी वर्ड ही फीमेल तो है, oogonia तो है, सो इट मीन्स द साइज ऑफ फीमेल गैमीट इज़ क्वाइट लार्ज, ठीक है। जो फीमेल गैमीट का साइज है वो लार्ज होगा, ठीक है। सो दिस इज़ अ फीमेल रिप्रोडक्टिव ऑर्गन, दिस इज़ अ लार्ज इन साइज, बट जो मेल है दिस इज़ अ स्मॉल इन साइज एंड दिस इज़ कॉल्ड ooगेमी। सो दिस इज़ अ प्लेनोगेमेटिक कपलिंग। जो मेल है ये वो मोटाइल होगा जो मूव करके फीमेल ते जाके फ्यूज कर देगा, ओके। नाउ कमिंग टू सैक्शुअल रिप्रोडक्शन। सैक्शुअल रिप्रोडक्शन बेटा ये 5 तरह की है, देर आर 5 मैथड्स ऑफ द सैक्शुअल रिप्रोडक्शन, ठीक है। सो दीज आर प्लेनोगेमेटिक कपलेशन, गैमिटेंजियल कॉन्टैक्ट, गैमिटेंजियल कपलेशन, स्पर्मेटोगैमी एंड सोमैटोगैमी, ठीक है। ये असी ऑलरेडी वैसे डिस्कस कर लिया। इन केस ऑफ गैमिटेंजियल कॉन्टैक्ट जो सेकंड मैथड है, देर आर 2 टाइप्स ऑफ सैक्स ऑर्गन्स, ठीक है। 2 तरह के सैक्स ऑर्गन्स ने,
जो तुसी येलो कलर च देख रहे हो दिस इज़ अ मेल एंथ्रीडिया। और जो तुसी लार्ज साइज़ का जो तुसी देख रहे हो रेड कलर का एक सैल है दैट इज़ यस ऊगोनिया, फीमेल पार्ट है ये। सो मेल एंड फीमेल और द बोथ ऑफ दिस न्यूक्लियाई आर ट्रांसफर्ड, ठीक है। जो मेल बेसिकली मेल जो है वो ट्रांसफर करेगा इनटू द फीमेल और यू कैन से द oogoनियम थ्रू अ फर्टिलाइज ट्यूब। दिस ट्यूब जिदे थ्रू जो न्यूक्लियस जा रहा है दिस इज फर्टिलाइज ट्यूब। इन केस ऑफ गैमीटेंजियल कपलेशन ये बहुत सिंपल जा तरीका है। इट इज़ अ टाइप ऑफ कंजुगेशन इन विच बोथ द टाइप्स ऑफ गैमीटेंजिया फ्यूज डायरैक्टली, ठीक है। दोनों तरह के जोड़े गैमीटेंजिया ने ये फ्यूज करनगे डायरैक्टली एंड द फॉर्मेशन ऑफ जाइगोस्पोर, ठीक है। एक जाइगोस्पोर जो है वो फॉर्म होगा, जाइगोस्पोर। ओके, नेक्स्ट है स्पर्मेटोगैमी। Here a small male cell or gamete is carried to the receptive region in trichogyne of the female sex organ. So the female sex organ है trichogyne, ਇਹਦੇ ਵਿੱਚ ਜੋ ਇੱਕ small male cell है, ठीक है, ਇਹ कैरी करते हैं। So this is a female organ trichogyne ਜਿਹਦੇ ਵਿੱਚ ਇੱਕ small female कैरी ਕੀਤਾ होया है। ओके, नेक्स्ट है लास्ट जो है सोमेटोगैमी, बहुत इंपॉर्टेंट है। डिस्टिंक्ट सैक्स ऑर्गन्स आर एबसेंट, सैक्स ऑर्गन जोड़े ने वो एबसेंट होंगे बट सैक्शुअल रिप्रोडक्शन इनवॉल्व द फ्यूजन ऑफ टू हाइफा। सो दो हाइफाज ने, ठीक है, तुम देख सकते हो प्राइमरी माइसीलियम है दोनों, एक नू असी प्लस स्ट्रेन दिता होया है, एक नू असी माइनस स्ट्रेन दिता होया है, ठीक है। सो दोनों के विच जो फ्यूजन होगी, देखो जो रेड कलर ना शो कर रहे हैं उन्होंने असी प्लस साइन दिता होया, दूसरे माइनस साइन दिता होया। अगे जो दोनों प्राइमरी माइसीलियम फ्यूज करनगे तो साढ़े को सैकेंडरी माइसीलियम होंगे जिन्हों के दोनों तरह के जो स्ट्रेन है प्लस भी तो माइनस भी दोनों ही प्रेजेंट है। दिस इज कॉल्ड सोमेटोगेमी। कमिंग टू द एसेक्सुअल रिप्रोडक्शन विच इज़ अकर बाय सम स्पोर्स, ठीक है। बहुत सारे साढ़े को स्पोर्स ने एसेक्सुअल रिप्रोडक्शन के विच। स्पोर्स आर सिंगल सेल्ड प्रोपेग्यूल्स which separates from the organism and can disperse. They may be motile or non-motile, naked, thin-walled or thick-walled. Some spores are produced after meiosis called sexually produced spores या meiospore, and ਜਿਹੜੇ asexual तरीके नाल या माइटोसिस नाल ਹੁੰਦੇ ਨੇ ਉਹਨਾਂ ਨੂੰ ਅਸੀਂ asexually produced spore ਜਾਂ माइटोस्पोर्स कह ਦਿੰਦੇ हैं। सो बहुत सारे साढ़े को डिफरेंट तरह के स्पोर्स ने, ठीक है। जू स्पोर है, स्पोरेंजियोस्पोर है, कोनिडिया ने, कोनिडियोस्पोरेंजिया है, क्लेमाइडोस्पोर, गैमा, बेसिडियोस्पोर, एस्कोस्पोर, सारे को डिफरेंट तरह के स्पोर्स ने। ओके, सो असी वन बाय वन डिस्कस करेंगे। सब तो पहला जाइगोस्पोर है। दे आर मोटाइल स्पोर दैट अकर इन सम फाइकोमाइसिटिस। फाइकोमाइसिटिस दी क्लास दे विच जू स्पोर्स प्रेजेंट होंगे। द स्पोर्स आर कॉमनली नेक्ड, 1 to 2 फ्लैजिला आर प्रेजेंट। इस तरह के स्पोर दे विच कुछ फ्लैजिला भी प्रेजेंट होंगे जिहड़े इन्हों मूवमेंट के हेल्प करते हैं। दीज आर फ्लैजिला, ठीक है। सो तुम देख सकते हो स्पोर्स के नाल फ्लैजिला ने जो इन्हों मूवमेंट के हेल्प करते हैं। नैक्सट है बेटा स्पोरेंजियोस्पोर्स, ठीक है। स्पोरेंजियोस्पोर्स दे आर नॉन फ्लैजिलेट, फ्लैजिला एबसेंट है इन्हों के दैट डेवलप इनसाइड स्पोरेंजिया। फॉर एग्जाम्पल म्यूकर और राइजोपस, जी थोड़े ब्रैड के उत्ते जो फंगस लगती है, ठीक है, वो राइजोपस है बेसिकली। सो स्पोरेंजियोस्पोर्स ने जी स्टॉक के उत्ते लगे ने स्पोरेंजियोफोर है। नैक्सट है कोनिडिया। दे आर नॉन मोटाइल एक्सोजीनस, एक्सोजीनस मतलब बाहर ने। देखो जोड़े असी अगे पढ़े ने एक कैविटी कह लो या फिर किसी चीज़ के अंदर ने, बट ये एक्सोजीनस ने। ओके, सो दे आर नॉन मोटाइल एक्सोजीनस स्पोर विच डेवलप थ्रू abstraction at the tips और the sides of special hypha called conidiophore। नीचे जो हाइफा है कोनिडियोफोर है, ऊपर जो ने टिप के उत्ते हो सॉरी कोनिडियाज ने। ओके, सो कोनिडियोस्पोरेंजिया भी ने सेम टू द कोनिडिया, ठीक है। उस तो बाद क्लेमाइडोस्पोर जो ने ये थोड़े थिक वॉल्ड ने, तुसी डायग्राम दे विच देख सकते हो बेटा, थिक वॉल्ड ने क्लेमाइडोस्पोर्स। They develop at a place along the hypha by accumulation of protoplasm rounding off
ਐਂਡ ਸਿਕਰੀਸ਼ਨ ਆਫ ਦ ਥਿਕ ਵਾਲਸ। ਇਹਨਾਂ ਦਾ ਜੋ ਮੇਨ ਕਰੈਕਟਰ ਹੈ ਉਹ ਇਹੀ ਹੈ ਕਿ ਇਹਨਾਂ ਦੇ ਅਰਾਊਂਡ ਥਿਕ ਵਾਲ ਹੈ। ਉਸ ਤੋਂ ਬਾਅਦ ਸਾਡੇ ਕੋਲ ਗੈਮਾ ਨੇ, ਠੀਕ ਹੈ, ਹੋਰ ਵੀ ਸਾਡੇ ਕੋਲ ਬਹੁਤ ਸਾਰੇ ਸਪੋਰਸ ਨੇ। एस्कोस्पोर है। एस्कोस्पोर्स they are a type of non-motile meiospores which are produced inside special sacs ਜਿਹਨੂੰ ਅਸੀਂ SI ਜਾਂ ਐਸਕਸ ਵੀ ਕਹਿ ਦਿੰਦੇ ਹਾਂ, ਠੀਕ ਹੈ। ਜਿਹੜੇ ਸੈਕ ਦੇ ਵਿੱਚ ਪਏ ਨੇ ਉਹਨਾਂ ਨੂੰ SI ਕਹਿ ਦਿੰਦੇ ਹਾਂ, ਇਹਨਾਂ ਨੂੰ ਸੈਕ ਫੰਜਾਈ ਵੀ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਬਣਦੇ ਨੇ। ਐਨ ਐਸਕਸ ਆਫਨ ਕੰਟੇਨ 8 ਐਸਕੋਸਪੋਰਸ। ਤੁਸੀਂ ਕਾਊਂਟ ਕਰ ਸਕਦੇ ਹੋ ਬੇਟਾ 8 ਐਸਕੋਸਪੋਰਸ ਬਣੇ ਹੋਏ ਨੇ ਇਹਦੇ ਵਿੱਚ। because meiosis is accompanied by one mitosis. Ascospore formation is characteristic of class Ascomycetes. Last है basidiospores. Basidiospores are non-motile meiospores which are formed exogenously on short outgrowth of club-shaped structure called basidium. Basidiospores are characteristic of Basidiomycota या Basidiomycetes class ਦਾ जो मेन जो अपने स्पोर्स बनते हैं वो बेसीडियोस्पोर्स बनते हैं। ਜਿਹੜੇ ਆਪਣੇ ਜੋ ਅਸੀਂ ਐਡੀਬਲ ਫੰਜਾਈ ਹੈ, ਮਸ਼ਰੂਮ ਜੋ ਅਸੀਂ ਖਾਂਦੇ ਆ ਉਹ ਵੀ ਬੈਸੀਡੀਓਮਾਈਸੀਟਿਸ ਤੋਂ ਹੈ, ਉਹਨਾਂ ਦੇ ਵਿੱਚ ਵੀ ਬੈਸੀਡੀਓਸਪੋਰਸ ਦੀ ਫਾਰਮੇਸ਼ਨ ਹੁੰਦੀ ਹੈ। ਕਲਾਸੀਫਿਕੇਸ਼ਨ ਹੈ ਕਿੰਗਡਮ ਫੰਜਾਈ ਜੋ ਹੈ ਇਹਦੇ ਅੱਗੇ 3 ਕਲਾਸਿਸ ਨੇ। ਇੱਕ ਹੈ ਫੰਜਾਈ ਇੰਪਰਫੈਕਟਾਈ, ਇੱਕ ਹੈ ਮਾਈਸੀਲੀਅਮ ਜਿਹਦਾ ਏ ਸੈਪਟੇਟ ਹੈ ਜਿਵੇਂ ਫਾਈਕੋਮਾਈਕੋਟਾ, ਇਹ ਲੋਅਰ ਜਾਂ ਫਿਰ ਅਲਗਲ ਫੰਜਾਈ ਇਹਨੂੰ ਕਹਿੰਦੇ ਆ। ਉਸ ਤੋਂ ਬਾਅਦ ਸਾਡੇ ਕੋਲ ਮਾਈਸੀਲੀਅਮ ਜਿਹਦਾ ਸੈਪਟੇਟ ਹੈ ਜੋ ਯੂ ਮਾਈਕੋਟਾ ਹੈ, ਇਹਨੂੰ ਅਸੀਂ ਹਾਇਰ ਫੰਜਾਈ ਕਹਿੰਦੇ ਹਾਂ। ਫੰਜਾਈ ਇਨਪਰਫੈਕਟਾਈ ਸਿੰਪਲ ਜੋ ਅਸੀਂ ਕਹਿ ਸਕਦੇ ਹਾਂ ਵੀ ਜਿਹਦੇ 'ਚ ਸੈਕਸ਼ੂਅਲ ਰੀਪਰੋਡਕਸ਼ਨ ਜਿਹੜੀ ਹੈ ਉਹ ਐਬਸੈਂਟ ਹੈ, ਇਹ ਜਿਹੜੀ ਕਲਾਸ ਹੈ ਇਹਨੂੰ ਅਸੀਂ ਡਿਟੀਰੋਮਾਈਕੋਟਾ ਕਹਿੰਦੇ ਹਾਂ। ਏ ਸੈਪਟੇਟ ਫੰਜਾਈ ਜੋ ਫਾਈਕੋਮਾਈਕੋਟਾ ਹੈ ਇਹ ਅੱਗੇ 2 ਕਲਾਸਿਸ ਦੇ ਵਿੱਚ ਡਿਵਾਈਡ ਹੈ। ਇਹਦੇ ਅੱਗੇ 2 ਕਲਾਸਿਸ ਨੇ, ਊਮਾਈਕੋਟਾ ਤੇ ਊਮਾਈਸੀਟਿਸ ਐਂਡ ਜ਼ਾਈਗੋਮਾਈਸੀਟਿਸ। ਸੈਪਟੇਟ ਜੋ ਹੈ ਯੂਮਾਈਕੋਟਾ ਹਾਇਰ ਫੰਜਾਈ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਵੀ ਅੱਗੇ 2 ਕਲਾਸਿਸ ਦੇ ਵਿੱਚ ਡਿਵਾਈਡ ਹੈ। ਐਸਕੋਮਾਈਸੀਟਿਸ ਜਿਹਨੂੰ ਸੈਕ ਫੰਜਾਈ ਕਹਿੰਦੇ ਹਾਂ ਐਂਡ ਬੈਸੀਡੀਓਮਾਈਸੀਟਿਸ ਜਿਹਨੂੰ ਅਸੀਂ ਕਲਬ ਫੰਜਾਈ ਕਹਿੰਦੇ ਹਾਂ। ਸੋ ਊਮਾਈਸੀਟਿਸ ਦੇ ਕੁਝ ਕਰੈਕਟਰਸ ਨੇ। ਊਮਾਈਸੀਟਿਸ ਇਟ ਇਜ਼ ਫਾਊਂਡ ਇਨ ਐਕੁਆਟਿਕ ਹੈਬਿਟੈਟਸ on decaying wood in moist area. Mycelium is aseptate. Asexual reproduction occurs by sporangia or conidia. Sexual reproduction by gametangial contact. So जिन्नी भी तरह की असी sexual reproduction पढ़ी है थोनों सारी याद होनी चाहिए है। Production of sexual reproduction is oogonium or oospore. For example, Sclerospora graminicola, Pernospora parasitica. ये कुछ फंजाई दी एग्जाम्पल है जो डिसीज कॉज कर दिया ने। Zygomycetes found in terrestrial habitat, saprophytic that is on decaying wood. Mycelium जो है it is aseptate. The product of sexual reproduction is zygospore. The example are Rhizopus and Mucor जो साड़ी bread fungi है। Ascomycetes is commonly called as sac fungi. Mostly multicellular है, for example penicillium, या फिर unicellular भी हो सकते हैं, for example yeast. They are saprophytic. ਇਹ ਜਿਹੜੇ ਸਪੋਰ ਪ੍ਰੋਡਿਊਸ ਕਰਦੇ ਨੇ ਉਹਨਾਂ ਨੂੰ ਅਸੀਂ ਕੋਨੀਡੀਆ ਕਹਿੰਦੇ ਹਾਂ। ਸੈਕਸ਼ੂਅਲ ਸਪੋਰ ਜੋ ਬਣਦੇ ਨੇ ਦੇ ਆਰ ਐਸਕੋਸਪੋਰ ਵਿਚ ਆਰ ਸੈਕ ਲਾਈਕ। ਉਸ ਤੋਂ ਬਾਅਦ ਜਿਹੜੀ ਬੇਸੀਡੀਓਮਾਈਸੀਟਸ ਹੈ ਮਸ਼ਰੂਮ ਫੰਜਾਈ ਕਹਿ ਦਿੰਦੇ ਅਸੀਂ ਇਹਨਾਂ ਨੂੰ। ਦੇ ਗਰੋ ਇਨ ਸੋਇਲ ਔਨ ਲੌਗਸ ਐਂਡ ਟਰੀ ਸਟੰਪਸ। ਇਹ ਤੁਸੀਂ ਸਾਰਿਆਂ ਨੇ ਯੂਜੂਅਲੀ ਦੇਖੀ ਹੋਊਗੀ। ਦ ਮਾਈਸੀਲੀਅਮ ਇਜ਼ ਬ੍ਰਾਂਚਡ ਐਂਡ ਸੈਪਟੇਟ। ਦ ਏਸੈਕਸ਼ੂਅਲ ਰਿਪਰੋਡਕਸ਼ਨ ਇਜ਼ ਨਾਟ ਫਾਊਂਡ। ਵੈਜੀਟੇਟਿਵ ਰਿਪਰੋਡਕਸ਼ਨ ਜਿਹੜੀ ਹੈ ਉਹ ਫਰੈਗਮੈਂਟੇਸ਼ਨ ਦੇ ਨਾਲ ਹੈ। ਸੈਕਸ ਔਰਗਨਸ ਇਹਨਾਂ ਦੇ ਵਿੱਚ ਨਹੀਂ ਬਣਦੇ ਪਰ ਇਹਨਾਂ ਦੇ ਵਿੱਚ ਪਲਾਜ਼ਮੋਗੇਮੀ ਹੁੰਦੀ ਹੈ ਜੋ ਅਸੀਂ ਪੜ੍ਹੀ ਹੈ ਕਿ ਜਦੋਂ ਪ੍ਰੋਟੋਪਲਾਜ਼ਮ ਫਿਊਜ਼ ਹੁੰਦਾ ਹੈ ਤਾਂ ਪਲਾਜ਼ਮੋਗੇਮੀ ਅਸੀਂ ਉਹਨੂੰ ਕਹਿ ਦਿੰਦੇ ਹਾਂ। ਬੈਸੀਡੀਓਸਪੋਰਸ ਪ੍ਰੋਡਿਊਸ ਹੁੰਦੇ ਨੇ। ਕਾਮਨ ਜਿਹੜੇ ਇਹਨਾਂ ਦੇ ਮੈਂਬਰ ਨੇ ਉਹ ਨੇ ਅਗੈਰੀਕਸ, ਠੀਕ ਹੈ। ਕਾਮਨ ਮੈਂ ਤਾਂ ਹੀ ਲਿਆ ਕਿਉਂਕਿ ਇਹ ਐਡੀਬਲ ਫੰਜਾਈ ਜੋ ਅਸੀਂ ਯੂਜੂਅਲੀ ਖਾਂਦੇ ਹਾਂ ਮਸ਼ਰੂਮ ਯੂਜੂਅਲੀ ਤੁਸੀਂ ਸਾਰਿਆਂ ਨੇ ਖਾਧੀਆਂ ਹੋਣੀਆਂ ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬੇਟਾ ਜਿਹੜੀ ਅਸੀਂ ਮਸ਼ਰੂਮ ਖਾਂਦੇ ਹਾਂ ਦਿਸ ਇਜ਼ ਐਕਚੁਅਲੀ ਅ ਫੰਜਾਈ ਦੈਟ ਬਿਲੋਂਗਸ ਟੂ ਦ Basidiomycota. So ਇਹਦਾ ਸਾਇੰਟੀਫਿਕ ਨੇਮ ਹੈ ਅਗੈਰੀਕਸ। ਇਹਦੀ ਸਪੀਸ਼ੀਜ਼ ਹੈ ਅਗੈਰੀਕਸ ਕੈਂਪੈਸਟ੍ਰਿਸ ਜਾਂ ਅਗੈਰੀਕਸ ਬਾਇਸਪੋਰਾ ਵੀ ਹੋ ਸਕਦੀ ਹੈ। ਸੋ ਦਿਸ ਇਜ਼ ਦ ਕਾਮਨ ਫੀਲਡ ਮਸ਼ਰੂਮ ਵਿਚ ਹੈਜ਼ ਐਡੀਬਲ ਬੈਸੀਡੀਓਕਾਰਪ। ਇਹਦਾ ਜੋ ਬੈਸੀਡੀਓਕਾਰਪ ਹੈ ਉਹ ਐਡੀਬਲ ਹੈ, ਅਸੀਂ ਇਹਨੂੰ ਖਾਣ ਦੇ ਲਈ ਯੂਜ਼ ਕਰਦੇ ਹਾਂ। ਫੰਗਸ ਜਿਹੜੀ ਹੈ ਇਹ ਸੈਪਰੋਟ੍ਰੋਫਿਕ ਟਾਈਪ ਦੀ ਹੈ ਜੋ ਕਿ ਡੈਡ ਡੀਕੇ ਮੈਟਰ ਦੇ ਉੱਤੇ ਗਰੋ ਕਰਦੀ ਹੈ। ਜੇ ਅਸੀਂ ਇਹਦੇ ਲਾਈਫ ਸਾਈਕਲ ਦੀ ਗੱਲ ਕਰੀਏ ਬੇਟਾ ਤਾਂ ਇਹਦੇ ਵਿੱਚ 2 ਤਰ੍ਹਾਂ ਦਾ ਮਾਈਸੀਲੀਅਮ ਹੈ। वन इज़ प्राइमरी एंड सैकेंड इज़ सैकेंडरी माइसीलियम, ठीक है। प्राइमरी तो सैकेंडरी माइसीलियम जोड़ा है 2 तरह का
ਮਾਈਸੀਲੀਅਮ ਇਹਦੇ ਵਿੱਚ ਪ੍ਰੈਜ਼ੈਂਟ ਹੈ। ਸੈਪਟੇਟ ਹਾਈਫਾ ਹੈ, ਠੀਕ ਹੈ। ਮੋਨੋਕ੍ਰੋਟਿਕ ਸੈਲਸ ਨੇ ਤੇ ਇਹਨਾਂ ਦੇ ਵਿੱਚ ਸਿੰਗਲ ਨਿਊਕਲੀਅਸ ਪ੍ਰੈਜ਼ੈਂਟ ਹੈ। ਸੈਕਸ ਔਰਗਨਸ ਡੂ ਨੋਟ ਡਿਫਰੈਂਸ਼ੀਏਟ, ਇਹਨਾਂ ਦੇ ਵਿੱਚ ਜਿਹੜੇ ਸੈਕਸ ਔਰਗਨਸ ਨੇ ਅਸੀਂ ਉਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ। ਮਾਈਸੀਲੀਆ ਜੋ ਹੈ ਉਹ ਹੈਟਰੋਥੈਲਿਕ ਹੈ। ਹੈਟਰੋਥੈਲਿਕ ਦੇ ਵਿੱਚ ਬੇਟਾ ਹੈਟਰੋ ਮੀਨਸ ਡਿਫਰੈਂਟ ਐਂਡ ਥੈਲੀ ਮੀਨਸ ਥੈਲਾਈ। ਡਿਫਰੈਂਟ ਥੈਲਾਈਜ਼ ਨੇ, ਦੋ ਤਰ੍ਹਾਂ ਦੀ ਥੈਲਾਈਜ਼ ਨੇ। ਦੈਟ ਆਰ ਟੂ ਮੇਟਿੰਗ ਟਾਈਪ, ਦੋ ਮੇਟਿੰਗ ਟਾਈਪ ਹੋਣਗੀਆਂ। ਇੱਕ ਨੂੰ ਅਸੀਂ ਪੋਜ਼ੀਟਿਵ ਪਲੱਸ ਸਾਈਨ ਦੇ ਨਾਲ ਡਿਨੋਟ ਕਰਾਂਗੇ, ਇੱਕ ਨੂੰ ਅਸੀਂ ਮਾਈਨਸ ਦੇ ਸਾਈਨ ਨਾਲ ਡਿਨੋਟ ਕਰਾਂਗੇ। ਦ ਹਾਈਫੀ ਆਫ ਟੂ ਮੇਟਿੰਗ ਟਾਈਪ ਕਮ ਇਨ ਕੰਟੈਕਟ, ਠੀਕ ਹੈ। ਦੋਨੋਂ ਤਰ੍ਹਾਂ ਦੀ ਪ੍ਰਾਇਮਰੀ ਤੇ ਸੌਰੀ ਪਲੱਸ ਤੇ ਸਾਈਨ ਮਾਈਨਸ ਜੋ ਸਾਈਨ ਵਾਲੀ ਹਾਈਫੀਜ਼ ਨੇ, ਕਹ ਲਓ ਪ੍ਰਾਇਮਰੀ ਤੇ ਸੈਕੰਡਰੀ ਨੇ, ਉਹ ਇਕੱਠੀਆਂ ਕੰਟੈਕਟ 'ਚ ਆਉਣਗੀਆਂ ਤਾਂ ਇਹਨਾਂ ਦੇ ਵਿੱਚ ਸੋਮੈਟੋਗੇਮੀ ਹੋਊਗੀ ਜਾਂ ਕਹਿ ਲਓ ਵੀ ਫਿਊਜ਼ਨ ਹੁੰਦੀ ਹੈ। ਇਹ ਸਾਰੀਆਂ ਅਸੀਂ ਟਾਈਪਸ ਆਲਰੇਡੀ ਪਿੱਛੇ ਪੜ੍ਹੀਆਂ ਨੇ। ਹਾਈਫੀ ਆਫ ਸੈਕੰਡਰੀ ਮਾਈਸੀਲੀਅਮ ਸ਼ੋ ਕਲੈਂਪ ਕਨੈਕਸ਼ਨ, ਕਲੈਂਪ ਕਨੈਕਸ਼ਨ ਦੀ ਵੀ ਅਸੀਂ ਗੱਲ ਕੀਤੀ ਹੈ ਪਿੱਛੇ, ਠੀਕ ਹੈ। ਦ ਸੈਲਸ ਪੋਜੈਸਿਸ ਟੂ ਹੈਪਲੋਇਡ ਨਿਊਕਲੀਆਈ, ਦੋ ਹੈਪਲੋਇਡ ਨਿਊਕਲੀਆਈ ਹੋਣਗੇ। ਦੇਖੋ ਬੇਟਾ ਜਦੋਂ ਸੈਕੰਡਰੀ ਮਾਈਸੀਲੀਅਮ ਬਣ ਗਿਆ ਉਹਦੇ ਵਿੱਚ ਦੋ ਹੈਪਲੋਇਡ ਨਿਊਕਲੀਆਈ ਨੇ, ਮਤਲਬ N+N ਹੈ, ਠੀਕ ਹੈ। ਸੋ ਇਹਨੂੰ ਅਸੀਂ ਸਿੰਗਲ ਡਿਪਲੋਇਡ ਨਹੀਂ ਕਹਾਂਗੇ, ਇਹਨੂੰ ਅਸੀਂ ਟੂ ਹੈਪਲੋਇਡ ਨਿਊਕਲੀਆਈ ਕਹਾਂਗੇ, ਠੀਕ ਹੈ। ਜਾਂ ਫਿਰ ਇਹਨੂੰ ਅਸੀਂ ਸਿੰਗਲ ਹੈਪਲੋਇਡ ਨਿਊਕਲੀਅਸ ਵੀ ਕਹਿ ਸਕਦੇ ਹਾਂ। ਸੋ ਟਰਮਸ ਦੇਖੋ ਬਹੁਤ ਹੀ ਜ਼ਿਆਦਾ ਫ਼ਰਕ ਸਾਨੂੰ ਬਹੁਤ ਥੋੜ੍ਹਾ ਦਿਖਦਾ ਹੈ ਕਿ ਅਸੀਂ N+N ਨੂੰ 2N ਵੀ ਕਹਿ ਸਕਦੇ ਹਾਂ, ਡਿਪਲੋਇਡ ਵੀ ਕਹਿ ਸਕਦੇ ਹਾਂ, ਬਟ ਅਸੀਂ ਨਹੀਂ ਕਹਾਂਗੇ, ਠੀਕ ਹੈ। ਸੋ ਫੇਵਰੇਬਲ ਕੰਡੀਸ਼ਨਸ ਜਦੋਂ ਵੀ ਹੋਣਗੀਆਂ ਇਹ ਹਾਈਫੀ ਜੋ ਹੈ ਸੈਕੰਡਰੀ ਮਾਈਸੀਲੀਅਮ ਦਾ, ਠੀਕ ਹੈ, ਕਲੈਕਟ ਐਟ ਪਲੇਸਿਸ ਐਂਡ ਗਿਵ ਰਾਈਜ਼ ਟੂ ਰਾਊਂਡਡ ਔਰ ਪਾਇਰੀਫਾਰਮ ਕੰਪੈਕਟ ਮਾਸ ਆਫ ਹਾਈਫੀ, ਜਿਹਨੂੰ ਅਸੀਂ ਬਟਨਸ ਕਹਿ ਦਿੰਦੇ ਹਾਂ। ਬਟਨਸ ਜੋ ਨੇ ਅੱਗੇ ਜਾ ਕੇ ਇਨਲਾਰਜ ਹੋਣਗੇ, ਇੱਕ ਫਰੂਟੀਫਿਕੇਸ਼ਨ ਸਟਰਕਚਰ ਬਣਦੀ ਹੈ ਜਿਹਨੂੰ ਅਸੀਂ ਬੇਸੀਡੀਓ ਕਾਪ, ਬਹੁਤ ਇੰਪੋਰਟੈਂਟ ਹੈ, ਬੇਸੀਡੀਓ ਕਾਪ ਕਹਾਂਗੇ। ਬੇਸੀਡੀਓ ਕਾਪ ਨੂੰ ਅੱਗੇ ਅਸੀਂ ਜੋ ਪੋਪੂਲਰ ਟਰਮ ਹੈਗੀ ਉਹ ਹੈ ਮਸ਼ਰੂਮ। ਬੇਸੀਡੀਓ ਕਾਰਪ ਆਫ ਅਗੈਰੀਕਸ ਇਜ਼ ਕਰੀਮ ਕਲਰ ਟੂ ਪਿੰਕਿਸ਼ ਬਰਾਊਨ, ਜੋ ਅਸੀਂ ਖਾਂਦੇ ਹਾਂ ਨਾ ਉਹਦਾ ਕਲਰ ਕੁਛ ਇਸੇ ਤਰ੍ਹਾਂ ਦਾ ਹੈ, ਕਰੀਮ ਕਲਰ ਜਾਂ ਪਿੰਕਿਸ਼ ਬਰਾਊਨ ਜਿਹਾ ਕਲਰ ਹੈ। ਸਟਰਕਚਰ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ, ਇੱਕ ਬੇਸੀਡੀਓ ਕਾਰਪ ਦੀ ਜਾਂ ਇੱਕ ਮਸ਼ਰੂਮ ਦੀ, ਜਿਹਦੇ ਵਿੱਚ ਟੂ ਪਾਰਟਸ ਨੇ, ਇੱਕ ਸਟਾਈਪ ਹੈ ਤੇ ਪਾਈਲਸ ਹੈ। ਦ ਸਟਾਈਪ ਔਰ ਦ ਸਟਾਕ ਇਜ਼ ਫਲੈਸ਼ੀ, ਇਟ ਇਜ਼ ਸਲਾਈਟਲੀ swollen at the base, pilus is a umbrella like cap of the mushroom. In the button stage the pilus is connected to stipe by membrane, ਜਿਹਨੂੰ ਅਸੀਂ ਵੀਲ ਜਾਂ ਵੈਲਮ ਕਹਿ ਦਿੰਦੇ ਹਾਂ। ਇਟ ਰਪਚਰਸ ਡਿਊਰਿੰਗ ਗਰੋਥ, ਜਿਵੇਂ ਜਿਵੇਂ ਪਾਈਲਸ ਦੀ ਗਰੋਥ ਹੁੰਦੀ ਹੈ ਵੀਲ ਜਾਂ ਵੈਲਮ ਹੈ ਉਹ ਰਪਚਰ ਹੋ ਜਾਏਗੀ। ਹਾਵੈਵਰ ਇਟ ਰਿਮੇਨਸ ਕੈਨ ਬੀ ਸੀਨ ਔਨ ਦ ਅਪਰ ਪਾਰਟ ਆਫ ਸਟਾਈਪ ਐਜ਼ ਐਨੂਲਸ, ਬਾਅਦ ਦੇ ਵਿੱਚ ਉਹਨੂੰ ਅਸੀਂ ਐਨੂਲਸ ਕਹਾਂਗੇ। ਉਸ ਤੋਂ ਬਿਨਾਂ ਇਹਦੇ ਵਿੱਚ 300 to 600 ਰੇਡੀਏਟਿੰਗ ਰੋਜ਼ ਆਫ ਵਰਟੀਕਲ ਪਲੇਟਸ ਨੇ, ਜਿਨ੍ਹਾਂ ਨੂੰ ਅਸੀਂ ਗਿਲਸ ਕਹਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਗਿਲਸ ਪ੍ਰੈਜ਼ੈਂਟ ਨੇ। ਦੇਰ ਆਰ 3 ਟਾਈਪ ਆਫ ਗਿਲ, ਨਾਰਮਲ, ਹਾਫ ਔਰ ਕੁਆਰ। ਹੁਣ ਗੱਲ ਆਉਂਦੀ ਹੈ ਕਿ ਜੋ ਫਿਊਜ਼ਨ ਹੈ, ਫਿਊਜ਼ਨ ਹੋਊਗੀ, ਠੀਕ ਹੈ, ਜਿਹਨੂੰ ਅਸੀਂ ਕੈਰੀਓਗੈਮੀ ਕਹਾਂਗੇ, ਉਹ ਬੇਸੀਡੀਅਮ ਦੇ ਉੱਤੇ ਹੋਊਗੀ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਦੇ ਵਿੱਚ ਮਿਓਸਿਸ ਹੁੰਦੀ ਹੈ। ਦ ਲੇਟਰ ਦੈਨ ਡਿਵਾਈਡ ਮਿਓਟਿਕਲੀ ਗਿਵਿੰਗ ਰਾਈਜ਼ ਟੂ 4 ਹੈਪਲੋਇਡ ਨਿਊਕਲੀਆਈ। ਦੇਖੋ ਪਹਿਲਾਂ ਸਾਡੇ ਕੋਲ 2 ਹੈਪਲੋਇਡ ਨਿਊਕਲੀਆਈ ਸੀ, ਉਹ ਅੱਗੇ ਡਿਵਾਈਡ ਕਰਨਗੇ ਤਾਂ ਸਾਡੇ ਕੋਲ 4 ਹੈਪਲੋਇਡ ਨਿਊਕਲੀਆਈ ਬਣਨਗੇ, ਜਿਨ੍ਹਾਂ ਵਿੱਚ 2 ਸਾਡੇ ਕੋਲ ਪਲੱਸ ਸਟ੍ਰੇਨ ਹੋਣਗੀਆਂ ਅਤੇ 2 ਸਾਡੇ ਕੋਲ ਮਾਈਨਸ ਸਟ੍ਰੇਨ ਹੋਣਗੀਆਂ। ਓਕੇ, ਸੋ ਦ ਸੇਮ ਇਜ਼ ਟਰਮਡ ਐਜ਼ ਬੇਸੀਡੀਓਸਪੋਰ। ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਸਪੋਰ ਬਣਦੇ ਨੇ ਇਹਨਾਂ ਨੂੰ ਅਸੀਂ ਬੇਸੀਡੀਓਸਪੋਰਸ ਕਹਾਂਗੇ। ਦੇ ਆਰ ਡਿਸਪਰਸਡ ਬਾਈ ਏਅਰ ਕਰੰਟਸ। ਸੋ ਦ ਨੰਬਰ ਆਫ ਸਪੋਰ ਪ੍ਰੋਡਿਊਸਡ ਪਰ ਬੇਸੀਡੀਓਸਕਾਪ, ਜਿਵੇਂ ਜਿਵੇਂ ਅੱਗੇ ਡਿਵੈਲਪਮੈਂਟ ਹੁੰਦੀ ਜਾਂਦੀ ਹੈ, ਬਹੁਤ ਤਰ੍ਹਾਂ ਦੇ ਜਿਹੜੇ ਸਪੋਰਸ ਬਣਦੇ ਜਾਂਦੇ ਨੇ, ਅਪ ਟੂ 2 ਬਿਲੀਅਨ। ਦੇਖੋ ਕਿੰਨੀ ਜ਼ਿਆਦਾ ਨੰਬਰ ਦੇ ਵਿੱਚ ਜਿਹੜੇ ਸਪੋਰਸ ਬਣਦੇ ਨੇ। ਈਚ ਬੇਸੀਡੀਓਸਪੋਰ ਜਰਮੀਨੇਟ ਟੂ ਪ੍ਰੋਡਿਊਸ ਮੋਨੋਕੈਰੀਓਟਿਕ ਪ੍ਰਾਇਮਰੀ ਮਾਈਸੀਲੀਅਮ। ਮੋਨੋਕੈਰੀਓਟਿਕ ਪ੍ਰਾਇਮਰੀ ਮਾਈਸੀਲੀਅਮ ਬਣਨ ਤੋਂ ਬਾਅਦ ਇਹ ਡਾਇਕੈਰੀਓਟਿਕ ਮਾਈਸੀਲੀਅਮ ਦੇ ਵਿੱਚ ਬਣਦੇ ਨੇ। ਉਸ ਤੋਂ ਬਾਅਦ ਜਿਹੜਾ ਬੇਸੀਡੀਓਕਾਰਪ ਹੈ ਉਹ ਮੈਚਿਓਰ ਹੁੰਦਾ ਹੈ ਅਤੇ ਇੱਕ ਮਸ਼ਰੂਮ ਬਣਦੀ ਹੈ। ਇਸੇ ਤਰ੍ਹਾਂ ਜਿਹੜਾ ਸਾਈਕਲ ਹੈ ਉਹ ਰਿਪੀਟ ਹੁੰਦਾ ਰਹਿੰਦਾ ਹੈ। ਸੋ ਨੈਕਸਟ ਹੈ ਸਾਡੇ ਕੋਲ ਡਿਟਿਊਰੋਮਾਈਸੀਟਸ, ਆਲਸੋ ਕਾਲਡ ਇੰਪਰਫੈਕਟ ਫੰਜਾਈ। Only vegetative and asexual type is found in these members. Mycelium ਜੋ ਹੈ ਉਹ ਸੈਪਟੇਟ ਹੈ। ਲਾਰਜ ਨੰਬਰ ਆਫ ਡੀਕੰਪੋਜ਼ਰਸ, ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ ਕਿ ਜੋ ਫਰੂਟਸ ਜਾਂ ਵੈਜੀਟੇਬਲਸ ਨੂੰ ਸਾੜ ਦਿੰਦੇ ਨੇ, ਗਾਲ ਦਿੰਦੇ ਨੇ, ਦੇ ਆਰ ਡੀਕੰਪੋਜ਼ਰਸ। ਫॉर एग्जांपल ਅਲਟਰਨੇਰੀ। ਸੋ ਇਹ ਜੋ ਸਲਾਈਡ ਬੇਟਾ ਤੁਸੀਂ ਦੇਖ ਰਹੇ ਹੋ ਬੇਸਿਕਲੀ ਸਿਲੇਬਸ 'ਚ ਤਾਂ ਤੁਹਾਡੇ ਨਹੀਂ ਹੈ ਇਹ, ਬਟ ਸੁਣਨ ਨੂੰ ਅੱਜ ਕੱਲ੍ਹ ਤੁਸੀਂ ਬਹੁਤ ਤੁਹਾਨੂੰ ਸੁਣਨ ਨੂੰ ਮਿਲਦਾ ਹੋਣਾ ਬਲੈਕ ਫੰਗਸ ਬਾਰੇ, ਹੈ ਨਾ। ਅੱਜ ਕੱਲ੍ਹ ਇੱਕ ਨਵਾਂ ਹੀ ਜੋ ਫੰਜਾਈ ਇਮਰਜੈਂਸ ਹੋਈ ਹੈ, ਬਲੈਕ ਫੰਗਸ ਨਾਮ ਦੀ ਫੰਜਾਈ ਹੈ ਜਿਹੜੀ ਕਿ ਡਿਸੀਜ਼ ਕਾਜ਼ ਕਰਦੀ ਹੈ। ਦਿਸ ਇਜ਼
ਸਾਇੰਟੀਫਿਕਲੀ ਕਾਲਡ म्यूकोरमाइकोसिस, ठीक है, म्यूकोरमाइकोसिस इन्हू कहते हैं। दिस इज़ कॉमनली नाउन एज ब्लैक फंगस। इट हैज़ बीन ऑब्जर्व्ड इन अ नंबर ऑफ COVID-19 पेशेंट्स रिसेंटली। अ फंगल इन्फेक्शन मेनली अफेक्टिंग पीपल विद मेडिकल हेल्थ प्रॉब्लम्स दैट रिड्यूसिस देयर एबिलिटी टू फाइट इन्वायरमेंटल पैथोजन। ज़्यादातर ਜਿਹੜੇ केसिस ने वो उन्होंने 'ਚ देखने को मिलते हैं ਜਿਹੜੇ कि COVID-19 ਨਾਲ ਸਫਰ ਹੋਏ ਪੇਸ਼ੈਂਟ ਨੇ, ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਆਲਰੇਡੀ ਵੀਕ ਹੋ ਜਾਂਦਾ ਹੈ। ਠੀਕ ਹੈ, ਇਸ ਤੋਂ ਬਿਨਾਂ ਮੈਂ ਲਾਸਟ ਟਾਈਮ ਕੋਈ ਆਰਟੀਕਲ ਪੜ੍ਹਿਆ ਸੀ, ਉਹਦੇ 'ਚ ਇਹ ਦੇਖਿਆ ਕਿ ਜਿਹੜਾ ਅਸੀਂ ਮਾਸਕ ਯੂਜ਼ ਕਰਦੇ ਹਾਂ ਜਿਵੇਂ N95 ਹੈ ਜਾਂ ਕੋਟਨ ਮਾਸਕ ਹੈ, ਜਦੋਂ ਅਸੀਂ ਉਹ ਫੇਸ 'ਤੇ ਲਾਉਂਦੇ ਹਾਂ ਤਾਂ ਉਸ ਦੇ ਵਿੱਚ ਮੋਇਸਚਰ ਇਕੱਠਾ ਹੋ ਜਾਂਦਾ ਹੈ ਅਤੇ ਫੰਜਾਈ ਨੂੰ ਗਰੋ ਕਰਨ ਲਈ ਮੋਇਸਚਰ ਚਾਹੀਦਾ ਹੁੰਦਾ ਹੈ, ਜਿਹਦੇ ਕਰਕੇ ਇੱਥੇ ਇਹਨੂੰ ਫੇਵਰੇਬਲ ਕੰਡੀਸ਼ਨਸ ਮਿਲਦੀਆਂ ਨੇ ਅਤੇ ਇਹ ਗਰੋ ਕਰਦੀ ਹੈ। ਸੋ ਦਿਸ ਇਜ਼ ਆਲ ਅਬਾਊਟ ਦ ਚੈਪਟਰ। ठीक है, सो जे वीडियो पसंद आई होवे बेटा, कुछ समझ लग्या होवे तो वीडियो नू प्लीज़ लाइक शेयर तो सबसक्राइब जरूर कर दिओ। ठीक है, सो इसे दे नाल मैं नैक्सट टाइम असी डिस्कस करांगे प्लांट किंगडम बारे। ठीक है, जे थोड़ी किसी भी तरह की कोई सजैशन है जो तुसीं मैनू दसना चाहते हो तो प्लीज़ मैनू कमेंट बॉक्स जरूर लिखो। ओके।